24 जनवरी ਨੂੰ ਪਹਿਲਾ ਆਰਡਰ ਆਇਆ 2019 ਨੂੰ ਤੇ 27 जनवरी ਨੂੰ ਪਹਿਲੀ ਗ੍ਰਿਫਤਾਰੀ 2 दिन के अंदर अंदर पहली गिरफ्तारी हो गई। मतलब मैं यही कह रहे हैं कि एक चलान देना बनता है, वो चलान किसी भी टाइम दिया जा सकता है। तफ्तीश का काम मुकम्मल। जो फायरिंग का केस है वो भी बेअदबी करके ही हुआ है। ਇਹਦਾ जेनेसिस जो है बेअदबी ही है, ये कोई आम 307 या 302 का केस नहीं। मैं जेकर आज तुहाडे सामने बोल रहा हूँ, ये भी एक आश्चर्य की गल, एक सरप्राइज है। मेरे ते जो तसद्दद होए वो मैं बाद दे विच बोलांगा, आज नहीं मैं बोलना चाहता। लेकिन क्योंकि मैं जेकर जिंदा हाँ आज की तारीख दे विच, ये भी परमात्मा नूं पता है किस दिन के दिन। ਕੋਟਪੁਰਾ ਤੇ ਬੈਬਲ ਕਲਾਂ ਗੋਲੀकांड ਮਾਮਲੇ ਦੀ ਜਾਂਚ ਕਰ ਰਹੀ SIT ਦੇ ਸੀਨੀਅਰ ਮੈਂਬਰ IG ਕੁਬਰ ਵਿਜੇ ਪ੍ਰਤਾਪ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਵੱਡਾ ਦਾਅਵਾ ਕੀਤਾ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦੋਨੇ ਮਾਮਲਿਆਂ ਦੀ ਲਗਭਗ ਜਾਂਚ ਮੁਕੰਮਲ ਕਰ ਲਈ ਹੈ ਤੇ ਨਾਲ ਹੀ ਉਹਨਾਂ ਦੱਸਿਆ ਕਿ 9 ਚਲਾਨ ਅਦਾਲਤ ਦੇ ਵਿੱਚ ਪੇਸ਼ ਕਰ ਚੁੱਕੇ ਨੇ ਤੇ ਇੱਕ ਚਲਾਨ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਕੁਬਰ ਵਿਜੇ ਪ੍ਰਤਾਪ ਨੇ ਇਸ਼ਾਰਿਆਂ ਦੇ ਵਿੱਚ ਸਿਆਸਤਦਾਨਾਂ ਦੇ ਨਾਲ ਬੜੇ ਅਧਿਕਾਰੀਆਂ ਦੀ ਭੂਮਿਕਾ ਦੇ ਬਾਰੇ ਵੀ ਸਿੱਧੇ ਤੌਰ ਤੇ ਕਈ ਖੁਲਾਸੇ ਕੀਤੇ। ਹੋਰ ਕੀ ਕੁਝ ਕਿਹਾ ਕੁਬਰ ਵਿਜੇ ਪ੍ਰਤਾਪ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੋਟਕਪੂਰਾ ਗੋਲੀकांड ਤੇ ਬਹਬਲ ਕਲਾ ਗੋਲੀकांड ਇਸ ਦੀ ਤਫਤੀਸ਼ ਮੁਕੰਮਲ ਹੋ ਚੁੱਕੀ ਹੈ। 9 ਚਲਾਨ ਅਦਾਲਤ ਦੇ ਵਿੱਚ ਪੁੱਟ ਇਨਟੂ ਕੋਰਟ ਹੋ ਚੁੱਕੇ ਨੇ। ਇੱਕ ਚਲਾਨ ਦੇਣਾ ਰਹਿੰਦਾ है, लेकिन तफ्तीश मुकम्मल हो गई है। छोटा छोटा कोई चीज़ रह गया है, वो तो चलता रहेगा। लेकिन जो जिम्मेवारी मैनू दी गई सी, मैं वो जिम्मेवारी पूरी कर दी। अदालत दे विच सारा कुछ मैं दे देता हूँ, तो जो कुछ देना है वो तफ्तीश भी मुकम्मल हो गई है, वो छेती दे दिता जाऊगा। लेकिन तफ्तीश का जोड़ा मेन मतलब काम सीगा तफ्तीश का, वो तफ्तीश मुकम्मल हो गई। सर इस विच गल करिए तो हुण तक किन्ने गवाह इस देखो गवाहां की संख्या के बारे गल ना करो, गवाह काफ़ी सैकड़े गवाह ने जी, वो तो सारा कुछ मैटर ऑफ रिकॉर्ड है, चलान है। डिप्टी CM एंड CM ਦੇ ਰੋਲ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਹੈਗਾ ਸਰ। ਹੁਣ ਤੱਕ ਦੀ ਪੜਤਾਲ ਸਰ ਕੋਈ ਉਹਨਾਂ ਦਾ ਰੋਲ देखो हुण तक जिन्ने भी चलान दिते गए ने, मैं स्पष्ट करना चाहता हूँ, जिन्ने भी चलान दिते गए ने उन्हां चलाना नूं तुसीं पढ़ सकते हो। हरेक व्यक्ति का रोल जिन्हां दे बारे तुसीं पूछ रहे हो, मैं किसी का नाम नहीं लेना चाहता हाँ क्योंकि मैं तफ्तीशी अफसर हाँ। सारिਆਂ ਦਾ रोल ਇਹਦੇ ਵਿੱਚ ਦਿੱਤਾ ਹੋਇਆ है। हरेक चलान तुसीं माइन्यूटली पढ़ो। पहला चलान जो 27/5/2019 ਨੂੰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਜਿੰਨੇ भी चलान ਦਿੱਤੇ ਗਏ ਨੇ ਹਰੇਕ ਦੇ ਵਿੱਚ ਤੁਸੀਂ ਰੋਲ ਦੇਖ ਸਕਦੇ ਹੋ। ਤੇ ਜੋ ਤੁਸੀਂ कह रहे हो, मतलब मैं यही कह रहा कि एक चलान देना रहता है, वो चलान किसी भी टाइम दिता जा सकता है। तफ्तीश का काम मुकम्मल हो गया। सर इन मामले में गुरमीत राम रहीम ਜਿਹੜੇ ਕਿ ਦੇਰ ਸਾਰੇ ਮੁਖੀ ਸੀ, ਉਹਨਾਂ उस संबंध ਦੇ ਵਿੱਚ देखो एक होर SIT बनी हुई है, ਤੁਹਾਨੂੰ पता है, जो खट्टरा साहब कर रहे हैं तफ्तीश, वो ज़्यादा उस SIT ਦੇ ਨਾਲ मतलब ਉਹਦਾ ਤਾਲੁਕਾਤ है उस तफ्तीश ਦਾ, जो थोड़ा सा रोल साढ़े केस ਦੇ ਵਿੱਚ है। ਜਦੋਂ ਉਹ ਪੁੱਛਗਿੱਛ ਕਰਨਗੇ ਸਾਡੀ ਟੀਮ ਵੀ ਪੁੱਛਗਿੱਛ ਕਰ ਲਊਗੀ। ਸਰ ਕਈ ਉੱਚ ਅਧਿਕਾਰੀ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਪਰ ਹਾਲੇ ਤੱਕ ਉਹਨਾਂ ਤੋਂ ਪੁੱਛਗਿੱਛ ਨਹੀਂ ਹੋਈ। ਹਾਲਾਂਕਿ ਉਹ ਆਪਣੀਆਂ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਨਾਂ ਦੱਸੋ, ਜਿਸ ਤਰ੍ਹਾਂ ਸਮੇਤ ਸੰਨੀ ਦਾ ਨਾਮ ਲਿਖੇ ਕਿ ਜਦੋਂ ਚਲਾਨ ਪੇਸ਼ ਹੁੰਦਾ ਉਸ ਤੋਂ ਬਾਅਦ ਉਹ ਜ਼ਮਾਨਤ ਲਈ ਭੱਜਦੇ ਨੇ, ਉਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਕਾਰਵਾਈ ਉਹਨਾਂ ਦੇ ਨਾਲ ਪੁੱਛਗਿੱਛ ਪਹਿਲਾਂ ਹੀ ਹੋ ਗਈ ਸੀ। ਸੈਕੰਡਲੀ ਉਹਨਾਂ ਨੂੰ ਬਲੈਂਕਟ ਬੇਲ ਸੀਗਾ, ਉਹਨਾਂ ਦੇ ਕੋਲ ਬਲੈਂਕਟ ਬੇਲ ਸੀਗਾ ਔਰ ਉਹਨਾਂ ਨੂੰ ਬੁਲਾ ਕੇ ਤਲਬ ਕਰਕੇ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਹੋ ਗਈ ਸੀ। ਜੋ ਸਵਾਲ ਦਾ ਜਵਾਬ ਉਹਨਾਂ ਨੇ ਦੇਣਾ ਸੀ ਦੇ ਦਿੱਤਾ ਸੀ, ਜੋ ਸਵਾਲ ਦਾ ਜਵਾਬ ਨਹੀਂ ਦੇਣਾ ਸੀ ਅਸੀਂ ਕਿਸੇ ਨੂੰ ਕੰਪੈਲ ਤਾਂ ਨਹੀਂ ਕਰਦੇ ਕਿਉਂਕਿ ਬਲੈਂਕਟ ਬੇਲ ਸੀਗਾ ਪਹਿਲਾਂ ਤੋਂ ਹੀ। ਸਾਡੀ ਤਫਤੀਸ਼ ਦੇਖੋ 12 ਅਕਤੂਬਰ 2018 ਨੂੰ ਸ਼ੁਰੂ। ਮੈਂ ਸਭ ਤੋਂ ਪਹਿਲਾਂ 12 ਅਕਤੂਬਰ 2018 ਨੂੰ ਮੈਂ ਇੱਥੇ ਆਇਆ ਸੀ ਜੀ, ਕੋਟਕਪੂਰਾ ਦੇ ਵਿੱਚ ਤੇ ਇੱਧਰ ਆਇਆ ਸੀ। लेकिन उन्होंने ब्लैंकेट बेल 11 अक्टूबर ਨੂੰ मिल गया सी। मैंने साड़ी SIT ने जो काम शुरू किया उस तो पहला ब्लैंकेट बेल मिलिया होया सी। वो सिर्फ ऐसे केस दे विच नहीं, उन्होंने खिलाफ कई केस ने, हर एक केस दे विच ब्लैंकेट बेल सीगा।
ਮੇਰੇ ਹਿਸਾਬ ਦੇ ਨਾਲ ਤੁਹਾਡੇ ਪ੍ਰਸ਼ਨ ਦਾ ਜਵਾਬ ਮਿਲ ਗਿਆ। ਡੈਫੀਨਿਟਲੀ। ਠੀਕ ਹੈ ਜੀ। ਸਰ ਇਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਕਿ ਜਿਹੜੀ ਹੁਣ 2 SIT ਜਿਹੜੀ ਹੈ 2 ਮਾਮਲਿਆਂ ਦੀ ਜਾਂਚ ਕਰ ਰਹੀ ਹੈ ਦੇਖੋ ਜੋ ਬੇਅਦਬੀ ਦਾ ਮਸਲਾ ਹੈ, ਜੋ ਅਦਾਲਤੀ ਕਾਰਵਾਈ ਸੀਗੀ ਉਹਦੇ ਵਿੱਚ ਤਾਂ ਅਸੀਂ ਰਲ ਮਿਲ ਕੇ ਅਸੀਂ ਸਾਰੇ ਉਹਦੇ ਵਿੱਚ ਕਰਦੇ ਸੀ। ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਜੋ ਕੇਸ ਚੱਲ ਰਹੇ ਸੀਗੇ, ਲੇਕਿਨ ਜੋ ਬੇਅਦਬੀ ਦੇ 3 ਕੇਸ ਸੀਗੇ, 3 ਕੇਸ ਜੋ CBI ਕੋਲੋਂ ਵਾਪਿਸ ਆਏ ਨੇ, ਉਹਨਾਂ ਦੀ ਤਫਤੀਸ਼ ਵਾਸਤੇ ਵੱਖਰੀ SIT ਬਣੀ हुई है, तो वो SIT काम करेगी। ठीक है, 10-15% इकट्ठे ही है, क्योंकि मान लो गोली जो चली है, जो फायरिंग का केस है, वो भी बेअदबी करके ही होया है ना। ਇਹਦਾ जेनेसिस जो है बेअदबी ही है, ये कोई आम 307 या 302 का केस नहीं है। वो की है बेअदबी हुई, प्रोटेस्ट होया, फायरिंग हुई, तो बेअदबी जड़ ਦੇ ਵਿੱਚ ਤਾਂ बेअदबी ही है ना। तो इस करके 10-15% तफ्तीश ਦੇ ਵਿੱਚ मतलब ਤੁਸੀਂ ਕਹੋਗੇ कि वो की कहते हैं, मतलब वो मिलता जुलता है मैटर जड़ा है ना, मिलता जुलता है, ओवरलैपिंग है 10-20%। हाँ, अब ਹੁਣ देखो, हाँ ਤੁਸੀਂ ਸਵਾਲ ਕਰ ਰਹੇ ਸੀ ਸਰ। ਇਹ ਜੋ ਤੁਸੀਂ ਇਹਨਾਂ ਲੰਮਾ ਸਮਾਂ ਇਨਵੈਸਟੀਗੇਸ਼ਨ ਕੀਤੀ ਹੈਗੀ ਸਰ, ਬਹੁਤ ਸਾਰੇ ਬਹੁਤ ਸਾਹਮਣੇ ਪੇਸ਼ ਹੋਏ, ਕੋਈ ਇਹੋ ਜਿਹਾ ਰਿਕਾਰਡ ਮਿਲਿਆ ਸਰ ਜਿਹਨਾਂ 'ਚ ਡਾਇਰੈਕਟ ਇਨਵੋਲਵਮੈਂਟ, ਜਿਵੇਂ ਮਿਸਟਰ ਉਮਰਾਨ ਅੰਗਲ ਹੈਗੇ ਆ ਜਾਂ ਮਿਸਟਰ ਸੈਣੀ ਜਾਂ ਇਹ ਸਾਰਾ ਕੁਝ ਜੋ ਚਲਾਨ ਹੈ ਨਾ ਜੀ, ਜੇਕਰ ਤੁਸੀਂ ਪੜ੍ਹੋਗੇ, ਜੇਕਰ ਤੁਸੀਂ ਪੜ੍ਹਦੇ ਨਹੀਂ ਤਾਂ ਮੈਂ ਕੀ ਕਰ ਸਕਦਾ ਹਾਂ। ਹਰ ਚੀਜ਼ ਦਾ ਜਵਾਬ ਇਹਦੇ ਵਿੱਚ ਹੈ ਜੀ। ਜੋ ਪ੍ਰਸ਼ਨ ਤੁਸੀਂ ਕਰ ਰਹੇ ਹੋ, ਹੁਣ ਤਾਂ ਇਹ ਪਬਲਿਕ ਡਾਕੂਮੈਂਟ ਹੈ ਨਾ, ਬਿਲਕੁਲ ਪਬਲਿਕ ਡਾਕੂਮੈਂਟ ਹੈ, ਕਾਪੀ ਤੁਹਾਡੇ ਕੋਲ ਹੈ, ਤੇ ਜੋ ਪੜ੍ਹਨਾ ਚਾਹੇਗਾ ਉਹਨੂੰ ਮੈਂ ਪੜ੍ਹਾ ਵੀ ਦੂੰਗਾ। ਇਹ ਵੀ ਫ੍ਰੀ ਹੈ ਜੀ। ਕੋਈ ਵੀ ਨਾਗਰਿਕ, ਉਹਨਾਂ ਨੂੰ ਅਧਿਕਾਰ ਹੈ ਕਿ ਜੇਕਰ ਕੋਈ ਜਾਣਨਾ ਚਾਹੁੰਦਾ ਹੈ ਕੋਈ ਚੀਜ਼ ਡਾਇਰੈਕਟ ਇਨਡਾਇਰੈਕਟ, ਉਹ ਸਾਡੇ ਕੋਲ ਆ ਕੇ ਦੇਖ ਸਕਦਾ ਹੈ। ਕਾਪੀ ਤਾਂ ਚਲੋ ਮੈਂ ਨਹੀਂ ਦੇ ਸਕਦਾ ਹਾਂ, ਠੀਕ ਹੈ, ਲੇਕਿਨ ਉਹ ਆ ਕੇ ਦੇਖ ਜ਼ਰੂਰ ਸਕਦਾ ਹੈ। ਇਹ ਇੰਨੀ ਟਰਾਂਸਪੇਰੈਂਸੀ ਅਸੀਂ ਜ਼ਰੂਰ मतलब ਆਪਣੀ ਤਫਤੀਸ਼ ਦੇ ਵਿੱਚ ਰੱਖੀ ਹੋਈ ਹੈ। ਇਹ ਮੈਂ ਪਹਿਲਾਂ ਤੋਂ ਵੀ ਕਰ ਰਿਹਾ ਕਿ ਜਿਸ ਵਿਅਕਤੀ ਨੂੰ ਕੋਈ ਵੀ ਚੀਜ਼ ਦੇਖਣਾ ਹੈ ਉਹ ਸਾਡੇ ਕੋਲ ਆ ਕੇ ਦੇਖ ਸਕਦਾ ਹੈ। ਹਰ ਇੱਕ ਚੀਜ਼ ਹੈ ਫਾਈਲ ਦੇ ਉੱਤੇ, ਹਰ ਇੱਕ ਚੀਜ਼ ਹੈ ਜੀ। ਠੀਕ ਹੈ ਇੱਕ ਸਰ ਹੋਰ ਖਦਸ਼ਾ ਜ਼ਾਹਰ ਹੋਇਆ ਸੀ SIT ਵੱਲੋਂ ਕਿ ਟ੍ਰਾਇਲ ਅਗਰ ਲੰਮ ਕਰਿਆ ਹੈਗਾ ਅਜੇ ਤੱਕ 4 ਟ੍ਰਾਇਲ ਦੇਖੋ, ਅਸੀਂ ਜੋ ਕੰਪੀਟੈਂਟ ਅਥਾਰਟੀ ਹੈ, ਸੁਣੋ, ਅਸੀਂ ਆਪਣੀ ਸਰਕਾਰ ਦੇ ਰਾਹੀਂ ਕੋਸ਼ਿਸ਼ ਕੀਤੀ ਹੋਈ ਹੈ ਕਿ ਛੇਤੀ ਤੋਂ ਛੇਤੀ। ਸਾਡਾ ਕੀ ਸੀਗਾ, ਇਹ ਇਨਸੀਡੈਂਟ ਹੈ 2015 ਅਕਤੂਬਰ ਦਾ ਜੀ, ਠੀਕ ਹੈ। ਸਾਨੂੰ ਜ਼ਿੰਮੇਵਾਰੀ ਮਿਲੀ ਅਕਤੂਬਰ 2018 ਦੇ ਵਿੱਚ, ਤੁਸੀਂ ਦੇਖ ਰਹੇ ਹੋ। ਉਦੋਂ ਹੀ ਸਟੇ ਵੀ ਹੋ ਗਿਆ, ਨਾਲ ਦੇ ਨਾਲ ਅਸੀਂ ਤਫਤੀਸ਼ ਸ਼ੁਰੂ ਕੀਤੀ, ਸਟੇ ਹੋ ਗਿਆ, ਫਿਰ ਸਟੇ ਵੈਕੇਟ ਹੋਇਆ, ਫਿਰ ਹੋਇਆ ਕਿ ਨਹੀਂ ਤਫਤੀਸ਼ ਚਲੇਗੀ, गिरफ्तारी नहीं होगी। जिस दिन ਤੁਸੀਂ ਦੇਖੋਗੇ 24 जनवरी ਨੂੰ ਪਹਿਲਾ ਆਰਡਰ ਆਇਆ 2019 ਨੂੰ, ਤੇ 27 जनवरी ਨੂੰ ਪਹਿਲੀ गिरफ्तारी ਹੋ ਗਈ। 2 दिन ਦੇ ਅੰਦਰ ਅੰਦਰ ਪਹਿਲੀ गिरफ्तारी ਹੋ ਗਈ। ਬਹਬਲ ਕਲਾ ਕੇਸ ਦੇ ਵਿੱਚ ਫਸਟ गिरफ्तारी। एक चीज़ ये भी मैं दसना चाहूँगा कि SIT इकट्ठे है, ये नहीं है कि हाँ कोट कपूरा केस बखरा, ये बखरा, मतलब बहबल कला केस दे विच भी जो गिरफ्तारी हुई सी वो साडी टीम ने की सी। वो सारी SIT इकट्ठी है। तो मतलब असी 2019 जनवरी दे विच पहली गिरफ्तारी की, दूसरी गिरफ्तारी फरवरी दे विच हुई। हौली हौली चलान भी दिता गया, चलान तो बाद सप्लीमेंटरी चलान भी, फिर बहबल कला वाले केस दे विच भी इस तरीके दे नाल होया। ਇਹ ਕੇਸ ਦੇਖੋ ਆਪਣੇ ਆਪ ਦੇ ਵਿੱਚ ਇੱਕ ਅਨੋਖਾ ਕੇਸ ਹੈ, ਇੱਕ ਯੂਨੀਕ ਨੇਚਰ ਦਾ ਕੇਸ ਹੈ। ਇਸ ਕਰਕੇ ਇਹ ਸਿਸਟਮੈਟਿਕ ਤਫਤੀਸ਼ ਇਸ ਕੇਸ ਦੀ ਚੱਲੀ ਹੈ। ਤੇ ਮੈਂ ਤੁਹਾਨੂੰ ਜਾਣ ਕੇ ਖੁਸ਼ੀ ਹੋਗੀ ਕਿ ਹਰ ਚੀਜ਼ ਫਾਈਲ ਦੇ ਉੱਤੇ ਹੈ। ਮੈਂ ਇਸ ਕਰਕੇ ਕੋਈ ਚੀਜ਼ ਉਜਾਗਰ ਨਹੀਂ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ 2 ਸਾਲ ਤੱਕ ਕਿਸੇ ਦੇ ਨਾਲ ਗੱਲ ਹੀ ਨਹੀਂ ਕੀਤੀ, ਜਾਣਬੁੱਝ ਕੇ ਗੱਲ ਨਹੀਂ ਕੀਤੀ ਕਿ ਰਨਿੰਗ ਕਮੈਂਟਰੀ ਨਹੀਂ ਹੋਣੀ ਚਾਹੀਦੀ ਹੈ, ਠੀਕ, ਤਫਤੀਸ਼ ਦੀ। आज तफ्तीश तकरीबन 99% तफ्तीश कंक्लूड हो चुकी है, कंप्लीट हो चुकी है। हुण तुसी जो मर्जी पूछना चाहोगे मैं तुहानू दस सकदा हाँ, तुहानू दिखा भी सकदा हाँ। ਸਰ ਬਹਿਬਲ ਕਲਾਂ ਗੋਲੀकांड 'ਚ ਜਿਹੜੇ 2 ਵਿਅਕਤੀ ਸ਼ਹੀਦ ਹੋਏ ਸੀ, ਉਹਨਾਂ ਦੇ ਪਰਿਵਾਰ ਵਾਲੇ ਵਾਰ-ਵਾਰ ਇਹੀ ਗੱਲ ਤੇ ਸਟ੍ਰੈਸ ਦੇ ਰਹੇ ਆ ਕਿ ਸਿੱਟ ਆਪਦਾ ਕੰਮ ਵਧੀਆ ਕਰ ਰਹੀ ਹੈ, ਪਰ ਜਨਰਲ ਟੌਰਨੀ ਵੱਲੋਂ ਜਿਹੜਾ ਉੱਥੇ ਕੇਸ ਦੀ ਪੈਰਵਾਈ ਚੰਗੀ ਤਰ੍ਹਾਂ ਨਹੀਂ ਕੀਤੀ ਜਾ ਰਹੀ। ਤੇ ਇਸ ਸੰਬੰਧੀ ਕੋਈ SIT ਕੋਈ ਮੇਰੀ ਗੱਲ ਸੁਣੋ,
साडी टीम इत्थे बैठी हुई है, लीगल टीम भी बैठी हुई है, तफ्तीशी टीम भी बैठी हुई है। तफ्तीशी अफसर भी मेरे नाल दे ने, वो दूजे कमरे दे विच बैठे हुए ने, वो तफ्तीश का काम भी चल रहा है। ये तफ्तीश का छोटा छोटा काम चलता जाऊगा, लेकिन मेजर काम जिहड़ा सीगा ना वो कनकलूड हो गया, वो कंप्लीट हो गया। हुण तुसीं देखो फरीदकोट दे विच तफ्तीश ਜਾਂ अदालत ਦੇ ਵਿੱਚ कोई भी मसला आ गया तो ਤੁਸੀਂ ਦੇਖੇ ਹੋ ਲੋੜ ਪੈਣ ਤੇ मैं भी आया ਹਾਂ। ਸਾਡੀ ਟੀਮ ਬਹੁਤ ਵਧੀਆ ਲੀਗਲ ਟੀਮ काम कर रही है ਇਹਨਾਂ ਦੀ ਮਦਦ ਵਾਸਤੇ, ठीक है कि नहीं। ਅਸੀਂ ਹਮੇਸ਼ਾ आगे रहे हैं। ਸਾਡਾ काम ਕੀ ਹੈ ਕਿ ਜੋ ਤਫਤੀਸ਼ ਦੇ ਵਿੱਚ ਆਇਆ ਹੈ, ਜੇਕਰ ਅਦਾਲਤ ਦੇ ਵਿੱਚ ਕੋਈ ਕਿੰਤੂ ਪਰੰਤੂ ਜਾਂ ਕੋਈ ਵੀ ਪਟੀਸ਼ਨ ਆ ਗਿਆ, ਤੁਸੀਂ ਦੇਖੋ ਚਲਾਨ ਹੋਇਆ 27/5 ਨੂੰ ਅਸੀਂ ਚਲਾਨ ਦਿੱਤਾ, ਉਹਦੇ ਉੱਤੇ ਕਈ ਪਟੀਸ਼ਨ ਐਪਲੀਕੇਸ਼ਨ ਇਹਨਾਂ ਨੇ ਪਾਇਆ ਕਿ ਇੱਕ ਬੰਦੇ ਦਾ ਹੀ ਸਾਈਨ ਹੈ ਜੀ। ਸਭ ਤੋਂ ਪਹਿਲਾਂ ਤਾਂ ਇਹੀ ਆਇਆ ਸੀ, ਚੋਣ ਜਾਫਤਾ ਸੀਗਾ, ਫਿਰ ਵੀ ਸਾਈਨ ਕਰ ਦਿੱਤਾ ਜੀ। ਇਹ ਸਾਰਾ ਕੁਝ ਆਇਆ ਸੀ, ਉਦੋਂ ਆਇਆ ਸੀ, ਅਸੀਂ ਜਵਾਬ ਦਿੱਤਾ। ਜਵਾਬ ਦੇਣ ਤੋਂ ਬਾਅਦ ਤੁਸੀਂ ਦੇਖੋਗੇ 3/8/2019 ਨੂੰ ਸਾਰਾ ਕੁਝ ਡਿਸਮਿਸ ਹੋ ਗਿਆ, ਸਾਰਾ ਆਬਜੈਕਸ਼ਨ ਓਵਰ ਰੂਲ ਹੋ ਗਿਆ। ਡੀਏ ਸਾਹਿਬ ਤੁਸੀਂ ਦੱਸੋ, 3/8/2019 ਨੂੰ ਸਾਰਾ ਆਬਜੈਕਸ਼ਨ ਓਵਰ ਰੂਲ ਹੋ ਗਿਆ। ਅਦਾਲਤ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਚਲਾਨ ਦੁਰਸਤ ਦਿੱਤਾ ਗਿਆ ਹੈ। ਉਹਨਾਂ ਨੇ ਫਿਰ ਉਹਦਾ ਰਿਵੀਜ਼ਨ ਵੀ ਪਾਇਆ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ। 15/11/2019 ਨੂੰ ਮਾਨਯੋਗ ਸੈਸ਼ਨ ਅਦਾਲਤ ਵੱਲੋਂ ਵੀ ਕਲੀਅਰ ਹੋ ਗਿਆ ਕਿ ਨਹੀਂ ਜੀ ਚਲਾਨ ਦੁਰਸਤ ਆਇਆ ਹੈ। ਭਾਵੇਂ ਚਲਾਨ ਤੇ ਇੱਕੋ ਬੰਦੇ ਦਾ ਸਾਈਨ ਹੈ, ਲੇਕਿਨ ਬੰਦਾ ਕੰਪੀਟੈਂਟ ਹੈ। ਉਹ ਆਰਡਰ ਦੇ ਵਿੱਚ ਵੀ ਹੈ ਕਿ ਬੰਦਾ SIT ਦਾ ਮੈਂਬਰ ਹੈ, ਬੰਦਾ ਕੰਪੀਟੈਂਟ ਹੈ, ਜਿਹਨੇ ਸਾਈਨ ਕੀਤਾ ਹੈ ਉਹ ਕਰ ਸਕਦਾ ਹੈ, ਉਹਨੂੰ ਅਥਾਰਟੀ ਹੈ, ਠੀਕ ਹੈ ਕਿ ਨਹੀਂ। ਬਿਲਕੁਲ ਸਰ, ਲੀਗਲਾਈਜ਼ ਕੀਤਾ ਇਹ ਲਿਖਤੀ ਤੌਰ ਤੇ ਰਿਟਨ ਆਰਡਰ ਹੈ ਮਾਨਯੋਗ ਸੈਸ਼ਨ ਅਦਾਲਤ ਦਾ। ਚਲਾਨ ਦੁਰਸਤ ਦਿੱਤਾ ਗਿਆ ਹੈ, ਇੱਕ ਦਾ ਹੋਵੇ, ਕਿਸੇ ਵੀ ਚਲਾਨ ਤੇ ਦੋ ਅਫਸਰ ਦਾ ਸਾਈਨ ਨਹੀਂ ਹੁੰਦਾ, ਠੀਕ ਹੈ ਜੀ। ਮੈਂ ਅੱਜ ਤੱਕ ਕੋਈ ਇਸ ਤਰ੍ਹਾਂ ਚਲਾਨ ਪੂਰੇ ਮਤਲਬ ਇੰਡੀਅਨ ਸਿਸਟਮ ਦੇ ਵਿੱਚ, ਇੰਡੀਅਨ ਕ੍ਰਿਮੀਨਲ ਜੂਰਿਸਪ੍ਰੂਡੈਂਸ ਦੇ ਵਿੱਚ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਕਿ ਕਿਸੇ ਵੀ ਚਲਾਨ ਦੇ ਉੱਤੇ ਦੋ ਵਿਅਕਤੀ ਦਾ, ਦੋ ਅਫਸਰ ਦਾ ਜਾਂ ਤਿੰਨ ਅਫਸਰ ਦਾ ਸਾਈਨ। ਚਲਾਨ ਹਮੇਸ਼ਾ ਇੱਕ ਅਫਸਰ ਦੇ ਸਿਗਨੇਚਰ ਦੇ ਤਹਿਤ ਹੀ ਦਿੱਤਾ ਜਾਂਦਾ ਹੈ, ਠੀਕ ਹੈ। ਤੇ ਇਹ ਸਾਰਾ ਕੁਝ ਦੇਖੋ ਇਸ ਤਫਤੀਸ਼ ਦੇ ਵਿੱਚ ਸਟੈਪ ਬਾਈ ਸਟੈਪ ਜੇਕਰ ਤੁਸੀਂ ਦੇਖੋਗੇ ਕਾਫੀ ਕੁਝ। ਇੱਕ ਚੀਜ਼ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਕਾਨੂੰਨ ਇੱਕ ਹੁੰਦਾ ਹੈ, ਸਾਰਿਆਂ ਵਾਸਤੇ ਬਰਾਬਰ ਹੈ, ਲੇਕਿਨ ਇੰਡੀਅਨ ਸਿਸਟਮ ਦੇ ਵਿੱਚ ਜੋ ਸਟੇਟਸ ਐਕਿਊਜ਼ਡ ਦਾ ਹੁੰਦਾ ਹੈ ਨਾ, ਦੋਸ਼ੀ ਦਾ, ਉਸ ਹਿਸਾਬ ਦੇ ਨਾਲ ਕਾਨੂੰਨ ਚੱਲਦਾ ਹੈ। ਇੰਪਲੀਮੈਂਟੇਸ਼ਨ ਉਹਦਾ ਐਕਿਊਜ਼ਡ ਦੇ ਸਟੇਟਸ ਦੇ ਹਿਸਾਬ ਦੇ ਨਾਲ ਹੁੰਦਾ ਹੈ। ਕਿਉਂ? ਅੱਜ ਸਾਡੀ ਟੀਮ ਨੇ ਚੰਗਾ ਕੰਮ ਕੀਤਾ, ਸਹਿਯੋਗ ਸਾਨੂੰ ਮਿਲ ਗਿਆ, ਪਰਮਾਤਮਾ ਦਾ ਵੀ ਸਹਿਯੋਗ ਰਿਹਾ। ਨਹੀਂ ਤਾਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਤਫਤੀਸ਼ ਕਨਕਲੂਡ ਨਾ ਹੋਵੇ। ਮੈਂ ਜੇਕਰ ਅੱਜ ਤੁਹਾਡੇ ਸਾਹਮਣੇ ਬੋਲ ਰਿਹਾ ਹਾਂ, ਇਹ ਵੀ ਇੱਕ ਆਸ਼ਚਰਜ ਦੀ ਗੱਲ ਹੈ, ਇੱਕ ਸਰਪ੍ਰਾਈਜ਼ ਹੈ। ਮੇਰੇ ਤੇ ਜੋ ਤਸੱਦਦ ਹੋਏ ਉਹ ਮੈਂ ਬਾਅਦ ਦੇ ਵਿੱਚ ਬੋਲਾਂਗਾ, ਅੱਜ ਨਹੀਂ ਮੈਂ ਬੋਲਣਾ ਚਾਹੁੰਦਾ ਹਾਂ। ਕਿਉਂਕਿ ਮੈਂ ਜੇਕਰ ਜਿਉਂਦਾ ਹਾਂ ਅੱਜ ਦੀ ਤਾਰੀਖ ਦੇ ਵਿੱਚ, ਇਹ ਵੀ ਪਰਮਾਤਮਾ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਮੈਂ ਜਿਉਂਦਾ। ਲੇਕਿਨ ਮੇਰਾ ਇੱਕੋ ਮਕਸਦ ਸੀਗਾ ਕਿ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਮੈਂ ਫਸਟ ਡੇ ਤੋਂ ਕਹਿ ਰਿਹਾ ਹਾਂ। ਤੁਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਦੇਖ ਸਕਦੇ ਹੋ। ਜੋ ਇਹਦੇ ਵਿੱਚ ਲਿਖਿਆ ਹੋਇਆ ਹੈ, ਮੈਂ ਗਾਰੰਟੀ ਦੇ ਸਕਦਾ ਹਾਂ ਕਿ ਇਹ ਤੱਥਾਂ ਦੇ ਆਧਾਰ 'ਤੇ ਹੈ। ਕੋਈ ਵੀ ਜੇਕਰ ਚਾਹੇ ਤਾਂ ਕਲੈਰੀਫਿਕੇਸ਼ਨ ਮੇਰੇ ਕੋਲੋਂ ਲੈ ਸਕਦਾ ਹੈ। ਕਿਸੇ ਚੀਜ਼ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਹੈ। जो चीज़ तुसी पूछना चाह रहे हो, आज उस चीज़ का मैं जवाब नहीं देना चाह रहा हैं, लेकिन तफ्तीश मुकम्मल हो गई है, ये मैं जरूर कहूँगा। सारा कुछ फाइल दे उत्ते आ चुके हैं। एक चलान देना बाकी है, ये भी मैं तुहानू कह रहा। ਉਹ ਸਰ ਗੁਰਦੀਪ ਅੰਧੇਰ ਵਾਲਾ, ਉਸ ਤੋਂ ਇਲਾਵਾ ਸਰ ਕੋਈ जी ਗੁਰਦੀਪ ਅੰਧੇਰ ਵਾਲਾ ਰਹਿੰਦਾ ਬਕਾਇਆ ਸਰ? ये ना पूछो ना, वो कल तुसी मैनू पूछ सकते हो, कल पूछ सकते हो। एक चलान बाकी रह गया। ਦੋਨਾਂ ਕਾਰਡ ਪਿਛਲੇ ਕਾਰਨਾਂ ਦਾ ਕੋਈ ਪਤਾ ਲੱਗ ਸਕੇ? हैं ਕਾਰਨ ਕੀ ਰਹੇ? देखो कारण भी ਇਹਦੇ ਵਿੱਚ ਹੈ। ਤੁਸੀਂ ਜੇਕਰ ਪੇਜ ਨੰਬਰ 40 ਤੇ ਜਾਓਗੇ ਨਾ, 40 ਤੋਂ ਬਾਅਦ ਪਹਿਲੇ ਚਲਾਨ ਦਾ ਤੁਸੀਂ ਪੇਜ ਨੰਬਰ 40 ਤੋਂ ਬਾਅਦ ਜੇਕਰ ਜਾਓਗੇ, पेज नंबर 41, 42, 43, 44, 45, 46, 47 पढ़ के देखो सारा कुछ। मेरे मुँह क्यों बुलवाना चाह रहे हो? ये सारा कुछ कारण भी, वजह किसी का गोली चलवाउन दा वजह किसी का, वो सारा कुछ ਇਹਦੇ ਵਿੱਚ आ गया है। बेअदबी कराउन दा भी वजह किसी का, वो भी चलान दे रही मानयोग अदालत ਦੇ ਵਿੱਚ ਦੇ ਦਿੱਤਾ ਜਾ ਚੁੱਕਾ है।
ਸਰ ਦੋਨਾਂ ਮਾਮਲਿਆਂ ਦੇ ਵਿੱਚ ਕਿੰਨੇ ਹੁਣ ਤੱਕ ਮੁਲਾਜ਼ਮ ਤੇ ਕਿੰਨੇ ਪ੍ਰਾਈਵੇਟ ਲੋਕ ਜਿਹੜੇ ਇਨਵੋਲਵ ਹੋ ਚੁੱਕੇ ਜਿਨ੍ਹਾਂ ਖਿਲਾਫ ਬਿਆਨ ਪੇਸ਼ ਕੀਤੇ? ਦੇਖੋ ਚਲਾਨ ਤਾਂ ਹੁਣ ਤੱਕ ਦੇਖੋਗੇ ਬਹਬਲ ਕਲਾ ਕੇਸ ਦੇ ਵਿੱਚ 7 ਵਿਅਕਤੀਆਂ ਦਾ ਚਲਾਨ ਹੋਇਆ ਹੈ, ਜਿਹਦੇ ਵਿੱਚ 2 ਪ੍ਰਾਈਵੇਟ ਲੋਕ ਨੇ, ਪੰਕਜ ਬੰਸਲ ਸੁਹੇਲ ਤੇ ਇੱਕ ਸੁਹੇਲ ਬਰਾੜ ਸੁਹੇਲ ਬਰਾੜ। ਬਾਕੀ ਪੁਲਿਸ ਦੇ ਮੁਲਾਜ਼ਮ ਨੇ, ਸਾਬਕਾ ਉਸ ਸਮੇਂ ਦੇ ਡੀਜੀਪੀ ਤੇ ਮੇਨ ਜੋ ਅਫਸਰ ਸੀਗੇ ਇੱਥੇ ਜਿਨ੍ਹਾਂ ਨੇ ਆ ਕੇ ਸਾਰਾ ਕੁਝ ਕਰਾਇਆ ਸੀ, ਉਹਨਾਂ ਦੇ ਉੱਤੇ ਵੀ ਉਹਨਾਂ ਦਾ ਦੋਵੇਂ ਦਾ ਚਲਾਨ ਦੋਵੇਂ ਕੇਸਾਂ ਦੇ ਵਿੱਚ, ਬਹਬਲ ਕਲਾ ਕੇਸ ਦੇ ਵਿੱਚ ਵੀ ਹੈ, ਇੱਧਰ ਵੀ ਹੈ। ਐਸੇ ਹੀ ਚਰਨਜੀਤ ਸਿੰਘ ਦਾ ਬਹਬਲ ਕਲਾ ਦੇ ਵਿੱਚ ਵੀ, ਕੋਟਕਪੂਰਾ ਦੇ ਵਿੱਚ, ਕਿਉਂਕਿ ਟੀਮ ਤਾਂ ਇੱਕ ਹੀ ਟੀਮ ਸੀਗੀ ਨਾ ਜੀ, ਸੇਮ ਟੀਮ ਸੀਗੀ ਜਿਨ੍ਹਾਂ ਨੇ इधर फायरिंग की सी तो उधर से। सर आपकी इन्वेस्टिगेशन में अब तक कितने लोगों को गिरफ्तारी हो? देखो जो साड़ी तफ्तीश है 7 व्यक्तियों का चलान दोवें केसां दे विच हो गया है। जो गिरफ्तारी हुई सी तुसी देखोगे कि तकरीबन सारियां दी जमानत हो गई है, ठीक है। जो प्रश्न तुहाडा सीगा उस प्रश्न का जवाब मैं दोबारा देना चाहता हूँ। एक प्रश्न सीगा ना, ठीक है, असी अपनी ड्यूटी कर रहे हैं, मान लो असी चलान दिता, जमानत किसी ने लगाई, मैं ABCD किसी का नाम नहीं लेना चाहता हूँ, क्योंकि हर दोषी ने कितने जमानत लगाई, अगाऊ जमानत हो या रेगूलर जमानत हो, तकरीबन तुसी देखोगे सारियां दा रिजेक्ट होया, तथ्यां दे आधार पर होया, क्योंकि ऐसे अदालत दे विच सारा चीज़ है ना, जो तफ्तीश की गई है, तफ्तीश करन तो बाद जो डॉक्यूमेंट्स है, जो एविडेंस है, कित्थे है, मानयोग अदालत दे विच दे दिता गया है। तो तुसी देखोगे कि तकरीबन सारे बेल रिजेक्ट होए ने, क्यों? वो तथ्यां दे आधार पर होए ने, कुछ ना कुछ है ताही ना, कुछ ना कुछ फाइल दे उत्ते है ताही बेल रिजेक्ट होए ने। जो तुसी उस परिवार की गल कर रहे हो, परिवार जो ब्लेम करता है, मैं आज की तारीख दे विच कुछ नहीं कहना चाहता हाँ, लेकिन कल जरूर तुहानू दस दूँगा। मैं भी वो प्रॉब्लम फेस कर रही हाँ कि मैनू मतलब जिस किस्म की सपोर्ट की लोड़ है वो सपोर्ट मैनू भी नहीं मिल रही है, ठीक है। पीड़ित परिवार का तो यही कहना है जी बार-बार जितों शुरुआत हुई सी, जितों सारा समिति वो हजे भी अज तक नहीं बाहर है। किस तरह? जिन्ना पीड़ित परिवार का यही कहना है कि जितों ऑर्डर मिली सी, जितों गलबात हुई, वो अज तक भी मैं सच्चाई सामने रख दी है जी। मेरा जो रोल सीगा, जो मेरी ड्यूटी सीगी, मैं सच्चाई सारी सामने लिया के रख दी है। तुसी फाइल इंस्पैक्ट करना चाहोगे, आज ही मैं तुहानू फाइल दिखा सकता हूँ। जिस व्यक्ति का जो जो रोल है तुसी फाइल तो देख लो, वो भी सामने आ जाएगा ना जी, वो भी सामने आ जाएगा। पूरा गोलीकांड च कई पुलिस वाले ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਅੱਜ ਤੱਕ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਉਹਨਾਂ ਦੇ ਕਿਸ ਤਰ੍ਹਾਂ ਦੀ ਉਹਨਾਂ ਦੀ ਭੂਮਿਕਾ ਰਹੀ ਹੈ, ਕਿਸ ਤਰ੍ਹਾਂ ਦੀ ਉਹਨਾਂ ਦੇ ਸੰਬੰਧ ਵਿੱਚ ਕਰ ਰਹੀ ਹੈ। ये सारा कुछ तुसी पढ़ लो ना, तुसी पढ़ोगे तो सारा कुछ, कुछ इस तरह हाँ जी, ये सब कुछ दिता गया है। सब कुछ जो पुलिस रिपोर्ट है ना, चलान नू पुलिस रिपोर्ट किया जाता है, पुलिस रिपोर्ट दे विच हर चीज़ कवर हो गया है। तुसी पढ़ो, जेकर तुहाडे कोल नहीं है तुसी साडे कोल आके पढ़ सकते हो। पूरी ट्रांसपेरेंसी बरती जाऊगी, पहला तो ही बरती जा रही है। तुसी जो देखना चाहो, क्योंकि हवा दे विच असीं गल नहीं करते, तुसी किसी स्पेसिफिक व्यक्ति का देखो, ਉਹਦਾ देखोगे कि तुसी कई देखो, ਇਹਦੇ ਵਿੱਚ ਤਾਂ ਘੱਟੋ ਘੱਟ मतलब 25 तो ऊपर पब्लिक ਦੇ ਬੰਦੇ ਮਿਲੇ ਸਾਨੂੰ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਸੀਗੀ। ਉਹਨਾਂ ਦਾ ਕਾਗਜ਼ ਵੀ ਤਿਆਰ ਹੋਇਆ ਸੀ, ਇੰਜੂਰੀ ਰਿਪੋਰਟ, ਲੇਕਿਨ MLR ਨਹੀਂ ਕੱਟਿਆ ਗਿਆ ਸੀ। MLR ਅਸੀਂ ਉਸੇ ਇੰਜੂਰੀ ਰਿਪੋर्ट ਦੇ ਆਧਾਰ ਤੇ ਦੁਬਾਰਾ मतलब ਹੁਣ MLR ਬਣੀ ਹੈ ਉਹਨਾਂ ਦੀ, ਬੋਰਡ ਬਣਵਾ ਕੇ ਮੈਡੀਕਲ ਕਾਲਜ रूल के हिसाब के नाल इलाज होया है, फाइल है, वो भी फाइल मिलती नहीं है। तफ्तीश के दौरान असी फाइल लभ के भावें बठिंडा के हॉस्पिटल के विच होवे, भावें फरीदकोट सिविल हॉस्पिटल के विच है या मैडिकल कॉलेज के विच है, फाइल लभन का काम भी साडा, तो उस फाइल के आधार पर असी दोबारा MLR वगैरह असी सारा कुछ करवाए, डॉक्यूमेंट्स तैयार करवाए, ठीक है। हाँ, जो टॉप ऑफिसर के खिलाफ इन्वेस्टिगेशन की सर, ਤੁਹਾਨੂੰ ਕੁਝ ਥ੍ਰੈਟ ਵਗੈਰਾ ਆਈ ਸਰ? मैं ਤੁਹਾਨੂੰ ਇੱਕੋ ਗੱਲ कह रहा कि जेकर मैं आज ਤੁਹਾਡੇ सामने रूबरू हो रहा हूँ
मैं जेकर मतलब मैनू लाइव तुसी देख रहे हो, ये भी एक अचरज की गल है, एक आश्चर्य है जी। ठीक है, मैं जो जो चीज़ मैं फेस कर चुकिया हाँ, ताही मैं साइलेंट सीगा, ताही मैं साइलेंट सीगा। लेकिन कल तो तुसी जो जो चीज़ पूछोगे मैं हर चीज़ बताऊंगा। आज मेरा काम कंप्लीट हो गया है, मेरा काम कंप्लीट हो गया है, मेरा काम एक सहयोगी दा रह गया है। प्रोसीक्यूशन नू जिस तरीके दे नाल तुसी कोर्ट दे विच जो कार्रवाई होगी तुसी देखोगे, मेरी लोड़ पवेगी मैं भी आऊँगा, लेकिन मेरी टीम का कोई ना कोई मैंबर, वैसे टीम एक ही टीम है, मतलब असी हुण लीगल टीम का ही हिस्सा बन गए हैं, क्योंकि ज़्यादा काम अदालत दे विच होना है और तफ्तीश जो मेरा टास्क सीगा, मेरा टास्क मुकम्मल हो गया है जी। ठीक है, जो तुसी पूछ रहे हो ना वो भी मुकम्मल हो गया है, वो भी जाएगा आज न कल अदालत दे विच तो जाएगा ही जाएगा नहीं। ठीक है जी, लेकिन मैं किसी का नाम नहीं लेना। ਸੋ ਲੰਬਾ ਸਮਾਂ ਹੋ ਗਿਆ ਇਸ ਮਾਮਲੇ ਨੂੰ ਲਟਕਦੇ ਹੋਏ। ਦੇਖਣਾ ਹੋਵੇਗਾ ਕਿ ਆਖਰ ਹੋਰ ਕਦੋਂ ਤੱਕ ਇਹ ਮਾਮਲਾ ਲਟਕਦਾ ਜਾਂ ਫਿਰ ਜਿਹੜੇ ਦਾਅਵੇ ਕੀਤੇ ਗਏ ਨੇ ਉਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।